ਦੋਸਤੋ, ਇਸ ਕਹਾਣੀ ਦਾ ਸਹੀ ਮਜ਼ਾ ਲੈਣ ਲਈ ਹੈੱਡਫੋਨਸ ਜ਼ਰੂਰ ਲਗਾਓ। ਇਹ ਸੱਚੀ ਘਟਨਾ ਹੈ ਜਿਸ ਨੂੰ ਆਪਣੀ ਅੱਖਾਂ ਦੇ ਸਾਹਮਣੇ ਘਟਦਾ ਹੋਇਆ ਮਹਿਸੂਸ ਕਰੋ। ਤਾਂ ਫਿਰ ਦੇਰੀ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਇਸ ਕਹਾਣੀ ਨੂੰ। ਇਹ ਕਹਾਣੀ ਉਸ ਭਿਆਨਕ ਜੰਗਲ ਦੀ ਹੈ ਜੋ ਮੈਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਸੁਣੀ ਸੀ ਜਿਨ੍ਹਾਂ ਨਾਲ ਇਹ ਘਟਨਾ ਵਾਪਰੀ ਹੈ। ਮਾਧੋਪੁਰ ਤੋਂ ਸਿਓਪੁਰ ਤੱਕ ਇਸ ਅਖੰਡ ਜੰਗਲ ਵਿੱਚ ਪਤਾ ਨਹੀਂ ਕਿੰਨੇ ਭਿਆਨਕ ਜਾਨਵਰ ਅਤੇ ਭੂਤ ਪ੍ਰੇਤ ਰੂਹਾਂ ਰਹਿੰਦੀਆਂ ਹਨ। ਇਸ ਵਾਰ ਮੈਂ ਸਿਓਪੁਰ ਰੱਖੜੀ ਦੇ ਮੌਕੇ ਤੇ ਦੀਦੀ ਦੇ ਕੋਲ ਗਿਆ ਸੀ। ਉੱਥੋਂ ਦੇ ਲੋਕ ਉਸ ਜੰਗਲ ਬਾਰੇ ਕਹਿੰਦੇ ਰਹਿੰਦੇ ਹਨ ਕਿ ਇਸ ਜੰਗਲ ਵਿੱਚ ਭੂਤ ਪ੍ਰੇਤ ਰਹਿੰਦੇ ਹਨ। ਇਸ ਲਈ ਮੈਂ ਤਾਂ ਭੂਤਾਂ ਵਿੱਚ ਵਿਸ਼ਵਾਸ ਕਰਦਾ ਹਾਂ। ਸ਼ਾਇਦ ਤੁਸੀਂ ਲੋਕ ਵੀ ਕਰਦੇ ਹੋਵੋਗੇ। ਇੱਕ ਵਾਰ ਮੈਂ 15 ਅਗਸਤ ਨੂੰ ਆਪਣੇ ਜੀਜਾ ਜੀ ਦੇ ਕਾਲਜ ਵਿੱਚ ਗਿਆ ਸੀ। ਉੱਥੋਂ ਦੇ ਲੋਕ ਉਹਨਾਂ ਨੂੰ ਆਚਾਰਿਆ ਜੀ ਕਹਿ ਕੇ ਬੁਲਾਉਂਦੇ ਸਨ। 15 ਅਗਸਤ ਨੂੰ ਪ੍ਰੋਗਰਾਮ ਖਤਮ ਹੁੰਦੇ ਹੀ ਅਸੀਂ ਜਾਣ ਵਾਲੇ ਹੀ ਸੀ ਕਿ ਉੱਥੋਂ ਦੇ ਗੁਆਂਢੀ ਨੇ ਉਹਨਾਂ ਨੂੰ ਘਰ ਚਾਹ ਪੀਣ ਵਾਸਤੇ ਬੁਲਾਇਆ ਤਾਂ ਅਸੀਂ ਉਹਨਾਂ ਦੇ ਘਰ ਚਾਹ ਪੀਣ ਗਏ। ਇਸੇ ਤਰ੍ਹਾਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ। ਫਿਰ ਉਸਨੇ ਆਪਣੀ ਪੁਰਾਣੀ ਕਹਾਣੀ ਦੱਸੀ ਕਿ ਕੁਝ ਦਿਨ ਪਹਿਲਾਂ ਹੀ ਮੇਰੇ ਬੇਟੇ ਰਾਜੀਵ ਨਾਲ ਇਹੋ ਜਿਹੀ ਘਟਨਾ ਵਾਪਰੀ ਸੀ। ਤੁਹਾਨੂੰ ਕੀ ਦੱਸੀਏ? ਰਾਜੀਵ ਦੇ ਪਿਤਾ ਨੇ ਦੱਸਿਆ ਕਿ ਇੱਕ ਦਿਨ ਮੇਰੀ ਤਬੀਅਤ ਵਿਗੜ ਗਈ ਸੀ। ਮੈਂ ਰਾਜੀਵ ਨੂੰ ਚਾਰਾ ਲਿਆਉਣ ਲਈ ਜੰਗਲ ਵਿੱਚ ਭੇਜਿਆ। ਰਾਜੀਵ ਵੈਸੇ ਤਾਂ ਕਦੇ-ਕਦੇ ਜੰਗਲ ਵਿੱਚ ਜਾਇਆ ਕਰਦਾ ਸੀ, ਪਰ ਉਹ ਹਮੇਸ਼ਾ ਕੰਮ ਤੋਂ ਜੀ ਚੁਰਾਉਂਦਾ ਸੀ। ਪਰ ਅੱਜ ਉਸ ਨੂੰ ਜੰਗਲ ਵਿੱਚ ਜਾਣ ਲਈ ਮਜਬੂਰ ਹੋਣਾ ਪਿਆ। ਉਹ ਰਸਤੇ ਵਿੱਚ ਤੁਰਦਾ ਗਿਆ। ਉਸ ਨੂੰ ਕਿਤੇ ਵੀ ਚਾਰਾ ਨਹੀਂ ਮਿਲਿਆ ਕਿਉਂਕਿ ਨੇੜੇ ਤੇ ਸਾਰੇ ਦਰਖਤ ਪਹਿਲਾਂ ਹੀ ਬੱਕਰੀਆਂ ਲਈ ਕੱਟੇ ਜਾ ਚੁੱਕੇ ਸਨ। ਉਹ ਜੰਗਲ ਵਿੱਚ ਹੋਰ ਅੰਦਰ ਪਹੁੰਚ ਗਿਆ। ਸੰਘਣਾ ਜੰਗਲ ਜਿੱਥੇ ਦਰਖਤ ਇੱਕ ਦੂਜੇ ਦੇ ਬਹੁਤ ਨੇੜੇ ਖੜੇ ਸਨ। ਰੁੱਖ ਇੰਨੇ ਸੰਘਣੇ ਸਨ ਕਿ ਆਸਮਾਨ ਵੀ ਦਿਖਾਈ ਨਹੀਂ ਦੇ ਰਿਹਾ ਸੀ। ਬਰਸਾਤ ਦਾ ਮੌਸਮ ਸੀ। ਖੂਬ ਬਰਸਾਤ ਹੋਈ ਸੀ, ਇਸ ਲਈ ਸਾਰਾ ਜੰਗਲ ਹਰਿਆ ਭਰਿਆ ਸੀ। ਪਾਣੀ ਪੱਥਰਾਂ ਤੇ ਸਾਫ਼ ਝਰਨੇ ਵਾਂਗ ਵਹਿ ਰਿਹਾ ਸੀ। ਪਹਾੜਾਂ ਤੋਂ ਹੇਠਾਂ ਆ ਕੇ ਪੱਥਰਾਂ ਤੇ ਸਾਫ਼ ਪਾਣੀ ਵਹਿ ਰਿਹਾ ਸੀ। ਸ਼ੀਤਲਤਾ ਸੀ। ਉਸ ਨੂੰ ਦੇਖਦਿਆਂ ਹੀ ਥਕਾਵਟ ਦੂਰ ਹੋ ਗਈ ਸੀ। ਉਸਨੇ ਸੋਚਿਆ ਕਿ ਪਹਿਲਾਂ ਮੈਂ ਥੋੜਾ ਆਰਾਮ ਕਰ ਲਵਾਂ, ਫਿਰ ਪੱਤੇ ਕੱਟ ਕੇ ਘਰ ਚਲਾ ਜਾਵਾਂਗਾ। ਕੁਝ ਦੇਰ ਹੀ ਹੋਈ ਸੀ ਜਦੋਂ ਉਹ ਸੋ ਰਿਹਾ ਸੀ ਤਾਂ ਉਸ ਨੂੰ ਸੁਪਨਾ ਆਇਆ ਕਿ ਉਹ ਚਾਰੇ ਦੀ ਭਾਲ ਵਿੱਚ ਬਹੁਤ ਦੂਰ ਆ ਗਿਆ ਹੈ ਅਤੇ ਆਪਣਾ ਰਸਤਾ ਭਟਕ ਗਿਆ ਹੈ। ਉਸਨੇ ਸੁਪਨੇ ਵਿੱਚ ਵੇਖਿਆ ਕਿ ਕੋਈ ਉਸਦੇ ਸਾਹਮਣੇ ਖੜਾ ਹੈ। ਉਸ ਨੂੰ ਚਿਹਰਾ ਦੇਖ ਕੇ ਉਸਦੀ ਅੱਖਾਂ ਖੁੱਲ ਗਈਆਂ ਅਤੇ ਉਹ ਡਰਨ ਲੱਗ ਪਿਆ। ਹੁਣ ਉਹ ਚਾਰਾ ਕੱਟ ਰਿਹਾ ਸੀ, ਪਰ ਉਹ ਸੁਪਨੇ ਯਾਦ ਕਰਕੇ ਬਹੁਤ ਘਬਰਾਇਆ ਹੋਇਆ ਸੀ। ਦੂਜੇ ਪਾਸੇ ਸੂਰਜ ਵੀ ਡੁੱਬਣ ਵਾਲਾ ਸੀ। ਉਸ ਨੂੰ ਦੂਰ-ਦੂਰ ਤੱਕ ਕਿਸੇ ਦੀ ਆਵਾਜ਼ ਨਹੀਂ ਸੁਣਾਈ ਦੇ ਰਹੀ ਸੀ। ਉਹ ਕਾਹਲੀ ਨਾਲ ਪੱਤੇ ਵੱਢ ਰਿਹਾ ਸੀ। ਉਸ ਨੂੰ ਗੱਲਾਂ ਕਰਨ ਦੀ ਆਵਾਜ਼ ਸੁਣਾਈ ਦਿੱਤੀ। ਉਸਨੇ ਸੋਚਿਆ ਕਿ ਉਹ ਕੋਈ ਆਦਮੀ ਹੋਣਗੇ ਜਿਨ੍ਹਾਂ ਦੇ ਨਾਲ ਹੀ ਮੈਂ ਰਲ ਕੇ ਘਰ ਜਾਵਾਂਗਾ। ਉਸਨੇ ਝੱਟ ਚਾਰਾ ਬੰਨ੍ਹ ਲਿਆ ਅਤੇ ਉਹ ਆਵਾਜ਼ ਆ ਰਹੀ ਸੀ ਉਸ ਵੱਲ ਤੁਰ ਪਿਆ। ਰਸਤੇ ਵਿੱਚ ਉਸਨੇ ਇਸ ਗੱਲ ਵੱਲ ਧਿਆਨ ਨਹੀਂ ਸੀ ਕਿ ਉਹ ਕਿੱਥੋਂ ਆਇਆ ਹੈ ਅਤੇ ਕਿੱਥੇ ਜਾ ਰਿਹਾ ਹੈ। ਉਹ ਉਲਟਾ ਘਣੇ ਜੰਗਲ ਦੇ ਅੰਦਰ ਜਾ ਰਿਹਾ ਹੈ ਅਤੇ ਆਵਾਜ਼ ਨੂੰ ਹੋਰ ਸਪਸ਼ਟ ਸੁਣਨ ਦੀ ਕੋਸ਼ਿਸ਼ ਕਰਨ ਲੱਗਾ। ਫਿਰ ਉਸਨੇ ਅੱਗੇ ਜਾ ਕੇ ਵੇਖਿਆ ਕਿ ਦੋ ਵਿਅਕਤੀ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸਨ ਅਤੇ ਉਹਨਾਂ ਦੀ ਪਿੱਠ ਦਿਖਾਈ ਦੇ ਰਹੀ ਸੀ। ਉਹ ਉਹਨਾਂ ਦੇ ਕੋਲ ਗਿਆ ਅਤੇ ਕਹਿਣ ਲੱਗਾ ਕਿ ਤੁਸੀਂ ਮੈਨੂੰ ਘਰ ਜਾਣ ਦਾ ਕੋਈ ਛੋਟਾ ਰਸਤਾ ਦੱਸ ਸਕਦੇ ਹੋ। ਜਿਵੇਂ ਹੀ ਉਸਨੇ ਇਹ ਕਿਹਾ, ਉਹ ਦੋ ਵਿਅਕਤੀ ਉਸਦੇ ਸਾਹਮਣੇ ਹੀ ਇਸ ਤਰ੍ਹਾਂ ਭੱਜ ਗਏ ਜਿਵੇਂ ਕਿ ਉੱਥੇ ਕੋਈ ਵੀ ਨਹੀਂ ਸੀ। ਕਹਿਣਾ ਮੁਸ਼ਕਿਲ ਸੀ ਕਿ ਇਹ ਕਿਸ ਤਰੀਕੇ ਨਾਲ ਹੋ ਸਕਦਾ ਹੈ। ਜਿਵੇਂ ਹੀ ਉਹ ਗਾਇਬ ਹੋ ਗਏ ਹੁਣ, ਉਸਦੇ ਪਸੀਨੇ ਛੁੱਟ ਗਏ ਅਤੇ ਉਹ ਬੇਹੋਸ਼ ਹੋ ਗਿਆ। ਜਦੋਂ ਉਸਨੂੰ ਹੋਸ਼ ਆਇਆ ਤਾਂ ਉਸਨੇ ਆਪਣੇ ਸਾਹਮਣੇ ਦੂਰ ਉਹੀ ਸੁਪਨੇ ਵਾਲਾ ਭਿਆਨਕ ਸਾਇਆ ਦੇਖਿਆ, ਜਿਸ ਦੀ ਵੱਡੀਆਂ ਲਾਲ ਅੱਖਾਂ ਅਤੇ ਵੱਡੇ ਭਿਆਨਕ ਦੰਦ ਬਾਹਰ ਨੂੰ ਨਿਕਲੇ ਹੋਏ। ਉੱਪਰ ਤੋਂ ਹੇਠਾਂ ਤੱਕ ਇੰਨਾ ਭਿਆਨਕ ਕਿ ਉਹ ਡਰ ਗਿਆ ਅਤੇ ਉਹ ਪਾਗਲ ਹੋ ਕੇ ਭੱਜਣ ਲੱਗਾ। ਉਸਨੇ ਇੱਕ ਰਿੱਛ ਨੂੰ ਉਸਦੇ ਵੱਲ ਭੱਜਦੇ ਹੋਏ ਦੇਖਿਆ ਜੋ ਉਸਦੇ ਵੱਲ ਹੀ ਆ ਰਿਹਾ ਸੀ ਅਤੇ ਉਸ ਤੇ ਚਪਟਾ ਮਾਰਿਆ। ਉਸਨੂੰ ਮਹਿਸੂਸ ਹੋਇਆ ਕਿ ਹੁਣ ਬਚਣ ਦਾ ਕੋਈ ਰਸਤਾ ਨਹੀਂ ਹੈ। ਉਸਦੇ ਹੋਸ਼ ਉੱਡ ਗਏ। ਉਹ ਬੈਠ ਗਿਆ ਅਤੇ ਜਿਵੇਂ ਹੀ ਰਿੱਛ ਉੱਪਰੋਂ ਨਿਕਲ ਕੇ ਥੱਲੇ ਆਇਆ ਤਾਂ ਹੇਠਾਂ ਦਿਖਦੇ ਹੀ ਉਹ ਆਦਮੀ ਵਿੱਚ ਬਦਲ ਗਿਆ। ਉਸਦੀਆਂ ਗੱਲਾਂ ਪਿਚਕੀ ਹੋਈਆਂ ਸਨ, ਹੱਥ ਟੇਢੇ ਅਤੇ ਪੈਰ ਉਲਟੇ ਹੋਏ ਸਨ। ਉਸਦੀ ਲੰਬੀ ਦਾੜੀ ਅਤੇ ਕੱਟੇ ਹੋਏ ਬੁੱਲ ਸਨ। ਰਾਜੀਵ ਉਸ ਵੱਲ ਦੇਖ ਹੀ ਰਿਹਾ ਸੀ। ਇੱਕ ਜ਼ਰੂਰੀ ਗੱਲ ਦੋਸਤੋ, ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਿਰਪਾ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ। ਅਤੇ ਹਾਂ, ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤੁਹਾਡੇ ਵੀਰ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਸਬਸਕ੍ਰਾਈਬ ਕਰਨਾ ਬਿਲਕੁਲ ਫ੍ਰੀ ਹੈ। ਹੁਣੇ ਸਬਸਕ੍ਰਾਈਬ ਕਰੋ ਜੀ। ਹੁਣ ਕਹਾਣੀ ਅੱਗੇ ਸੁਣਦੇ ਹਾਂ। ਪਰ ਉਸਦੇ ਹੋਸ਼ ਠਿਕਾਣੇ ਤੇ ਨਹੀਂ ਸਨ। ਉਹ ਉੱਥੇ ਹੀ ਡਿੱਗ ਪਿਆ ਅਤੇ ਦੂਜੇ ਪਾਸੇ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਚਿੰਤਾ ਸੀ ਕਿ ਹਨੇਰਾ ਹੋ ਰਿਹਾ ਹੈ,
ਰਾਜੀਵ ਹੁਣ ਤੱਕ ਕਿਉਂ ਨਹੀਂ ਆਇਆ ਹੈ। ਉਸਦੇ ਵੱਡੇ ਭਰਾ ਨੇ ਕਿਹਾ ਕਿ ਹੁਣੇ ਆਉਂਦਾ ਹੀ ਹੋਊ। ਜਦੋਂ ਸਾਰੇ ਉਡੀਕ ਕਰਕੇ ਥੱਕ ਗਏ ਅਤੇ ਰਾਤ ਦੇ 10 ਵੱਜ ਚੁੱਕੇ ਸਨ, ਹੁਣ ਉਸਦੇ ਭਰਾ ਨੇ ਸੋਚਿਆ ਸ਼ਾਇਦ ਕੁਝ ਗਲਤ ਹੋ ਗਿਆ ਹੈ। ਕਈਆਂ ਨੇ ਕਿਹਾ ਚਲੋ ਪਤਾ ਲਗਾਈਏ, ਇੰਨੇ ਵੱਡੇ ਜੰਗਲ ਵਿੱਚ ਕੌਣ ਜਾਣਦਾ ਹੈ ਕੀ ਹੋਇਆ ਹੋਵੇਗਾ। ਸਭ ਲੋਕ ਸੋਟੀਆਂ, ਭਾਲੇ, ਟਾਰਚ ਲੈ ਕੇ ਉਸ ਨੂੰ ਲੱਭਣ ਨੂੰ ਨਿਕਲ ਪਏ। ਉਹਨਾਂ ਦਾ ਇੱਕ ਭਰਾ ਅਪਾਹਿਜ ਸੀ, ਉਹ ਇੱਕ ਪੈਰ ਨਾਲ ਚੱਲਦਾ ਸੀ। ਉਹਨਾਂ ਦੇ ਪਿਤਾ ਜੀ ਨੇ ਕਿਹਾ ਬੇਟਾ ਤੂੰ ਇੱਥੇ ਹੀ ਰਹਿ, ਆਪਣੀ ਮਾਂ ਅਤੇ ਭੈਣ ਦੇ ਕੋਲ, ਅਸੀਂ ਜਾਂਦੇ ਹਾਂ। ਜੇਕਰ ਕੋਈ ਖਬਰ ਹੋਵੇਗੀ ਤਾਂ ਦੱਸਾਂਗੇ। ਸਾਰੀ ਰਾਤ ਜੰਗਲ ਵਿੱਚ ਭਾਲ ਕਰਦੇ ਰਹੇ ਪਰ ਕੁਝ ਨਹੀਂ ਮਿਲਿਆ। ਉਹਨਾਂ ਨੇ ਦੂਰ ਤੱਕ ਸਾਰਾ ਜੰਗਲ ਲੱਭਿਆ ਪਰ ਰਾਜੀਵ ਦਾ ਕੋਈ ਸੁਰਾਗ ਨਹੀਂ ਮਿਲਿਆ। ਸਭ ਨੇ ਕਿਹਾ ਕਿ ਇਸ ਸੰਘਣੇ ਜੰਗਲ ਵਿੱਚ ਜਾਣਾ ਠੀਕ ਨਹੀਂ ਹੈ। ਹਾਂ, ਅਸੀਂ ਸਵੇਰ ਹੁੰਦੇ ਹੀ ਰਵਾਨਾ ਹੋਵਾਂਗੇ। ਹੁਣ 4 ਵੱਜ ਚੁੱਕੇ ਸਨ। ਥੋੜੀ ਦੇਰ ਬਾਅਦ ਸਵੇਰ ਹੋ ਗਈ। ਸਭ ਨੇ ਕਿਹਾ ਚਲੋ ਹੁਣ ਚਲੀਏ। ਸਾਰੇ ਤੁਰਨ ਲੱਗੇ, ਆਵਾਜ਼ ਲਗਾਉਂਦੇ ਰਾਜੀਵ ਰਾਜੀਵ। ਪਰ ਰਾਜੀਵ ਦੀ ਭੁੱਖ ਪਿਆਸ ਕਾਰਨ ਅਜਿਹੀ ਹਾਲਤ ਸੀ ਕਿ ਉਸਦੇ ਹੋਸ਼ ਉੱਡ ਗਏ ਸਨ। ਪਤਾ ਨਹੀਂ ਮੈਂ ਕਿੱਥੇ ਹਾਂ, 2 ਦਿਨ ਹੋ ਗਏ ਹਨ। ਰਾਜੀਵ ਕੋਈ ਪਤਾ ਨਹੀਂ ਸੀ। ਹੁਣ ਸਭ ਨੂੰ ਚਿੰਤਾ ਸੀ। ਦੂਜੇ ਪਾਸੇ ਰਾਜੀਵ ਦਾ ਭਰਾ ਬਹੁਤ ਪਰੇਸ਼ਾਨ ਸੀ। ਗਰੀਬ ਆਦਮੀ ਕੁਝ ਨਹੀਂ ਕਰ ਸਕਦਾ ਸੀ। ਉਹ ਜਾ ਕੇ ਸਾਹਮਣੇ ਖੜੇ ਨਿੰਮ ਦੇ ਦਰਖਤ ਦੇ ਹੇਠਾਂ ਇੱਕ ਟੋਆ ਪੁੱਟਣ ਲੱਗਾ ਅਤੇ ਕਹਿਣ ਲੱਗਾ ਮੇਰਾ ਭਰਾ ਆਵੇਗਾ, ਮੇਰਾ ਭਰਾ ਆਵੇਗਾ। ਉਹ ਉਸ ਨੂੰ ਹਰ ਰੋਜ਼ ਸਵੇਰੇ ਦੁੱਧ ਚੜਾਉਂਦੇ ਸਨ, ਇਸ ਲਈ ਉਹ ਇਸ ਨੂੰ ਆਪਣੇ ਇਸ਼ਟ ਦਾ ਨਿਵਾਸ ਸਮਝਦੇ ਸਨ। ਜਦੋਂ ਕਿ ਆਪਣੇ ਭਗਤ ਦੀ ਪੁਕਾਰ ਸੁਣ ਕੇ ਉਹਨਾਂ ਦਾ ਇਸ਼ਟ ਬਾਹਰ ਆ ਗਿਆ। ਰਾਤ ਹੋ ਗਈ ਸੀ ਤੇ ਰਾਜੀਵ ਨੂੰ ਬਹੁਤ ਸਾਰੇ ਭੂਤਾਂ ਨੇ ਘੇਰਿਆ ਹੋਇਆ ਸੀ। ਭਾਈ ਉਹ ਆਪ ਹੀ ਦੱਸ ਰਿਹਾ ਸੀ। ਰਾਜੀਵ ਨੇ ਦੱਸਿਆ ਕਿ ਉਸ ਰਾਤ ਦੀ ਗੱਲ ਯਾਦ ਕਰਕੇ ਉਹ ਹੁਣ ਵੀ ਡਰ ਨਾਲ ਸਹਿਮ ਜਾਂਦਾ ਹੈ। ਉੱਥੇ ਇੰਨੇ ਭੂਤ ਇੱਕ ਸਾਥ ਮੈਂ ਕਿ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਦੇਖੇ ਹੋਣਗੇ। ਕਿਸੇ ਦੀ ਗਰਦਨ ਕੱਟੀ ਹੋਈ ਦੇਖੀ ਹੋਏਗੀ, ਕੋਈ ਅੱਖਾਂ ਕੰਨਾਂ ਤੋਂ ਬਿਨਾਂ, ਕੋਈ ਬਿਨਾਂ ਚਮੜੀ ਦਾ ਢਾਂਚਾ ਮੇਰੇ ਚਾਰੇ ਪਾਸੇ ਤਾਂਡਵ ਮਚਾ ਰਹੇ ਸਨ। ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਸੋਚਿਆ ਵੀ ਨਹੀਂ ਸੀ ਕਿ ਅਜਿਹਾ ਦਿਨ ਆਵੇਗਾ। ਸਾਰਾ ਜੰਗਲ ਉਹਨਾਂ ਦੀਆਂ ਆਵਾਜ਼ਾਂ ਨਾਲ ਗੂੰਜ ਰਿਹਾ ਸੀ। ਮੈਂ ਇੰਨਾ ਡਰ ਗਿਆ ਸੀ ਕਿ ਮੈਂ ਰੋ ਰਿਹਾ ਸੀ। ਅਚਾਨਕ ਘੋੜੇ ਦੇ ਪੈਰਾਂ ਦੀ ਆਵਾਜ਼ ਆਈ ਅਤੇ ਸਾਰੇ ਇੱਕਦਮ ਸ਼ਾਂਤ ਹੋ ਗਏ। ਇਧਰ ਇਹਨਾਂ ਸਾਰਿਆਂ ਨੇ ਆਸ ਛੱਡ ਦਿੱਤੀ ਸੀ ਕਿ ਹੁਣ ਰਾਜੀਵ ਨਹੀਂ ਮਿਲੇਗਾ। ਸਾਰੇ ਵਾਪਸ ਆ ਗਏ। ਸਾਰੇ ਘਰ ਵਿੱਚ ਸ਼ੋਕ ਛਾ ਗਿਆ ਸੀ। ਇੱਥੇ ਕਿਸੇ ਨੇ ਕਿਹਾ ਕਿ ਕਿਸੇ ਭਗਤ ਨੂੰ ਬੁਲਾ ਕੇ ਪਤਾ ਕਰੋ ਕਿ ਉਹ ਅਜੇ ਜਿਉਂਦਾ ਹੈ ਜਾਂ ਨਹੀਂ, ਉਹ ਵਾਪਸ ਆਵੇਗਾ ਜਾਂ ਨਹੀਂ। ਉੱਥੇ ਇੱਕ ਬੰਦਾ ਸ਼ਰਧਾਲੂ ਨੂੰ ਬੁਲਾਉਣ ਗਿਆ। ਦੂਜੇ ਪਾਸੇ ਰਾਜੀਵ ਦੇ ਇਸ਼ਟ ਦੇਵਤਾ ਉੱਥੇ ਪਹੁੰਚ ਗਏ, ਹੱਥ ਵਿੱਚ ਤਲਵਾਰ। ਉਸ ਨੂੰ ਘੋੜੇ ਤੇ ਸਵਾਰ ਦੇਖ ਕੇ ਸਾਰੇ ਭੂਤ ਭੱਜਣ ਲੱਗੇ। ਉਹਨਾਂ ਨੇ ਹਰ ਇੱਕ ਨੂੰ ਫੜ ਕੇ ਇੱਕ ਹੀਰੋ ਫਿਲਮ ਦੇ ਯੋਧੇ ਵਾਂਗ ਮਾਰ ਦਿੱਤਾ, ਸਾਰਿਆਂ ਨੂੰ ਕੱਟ ਦਿੱਤਾ। ਜਿਵੇਂ ਹੀ ਉਹਨਾਂ ਦੀ ਤਲਵਾਰ ਭੂਤਾਂ ਦੀ ਗਰਦਨ ਤੇ ਲੱਗਦੀ, ਉਹ ਮਿੱਟੀ ਵਾਂਗ ਬਦਲ ਕੇ ਢੇਰ ਹੋ ਜਾਂਦੇ ਸੀ। ਇਹ ਸਭ ਰਾਜੀਵ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਸੀ। ਫਿਰ ਉਸ ਘੋੜਸਵਾਰ ਦੇਵਤਾ ਨੇ ਕਿਹਾ ਚਿੰਤਾ ਨਾ ਕਰੋ, ਹੁਣ ਮੈਂ ਆ ਗਿਆ ਹਾਂ ਅਤੇ ਸਵੇਰ ਤੱਕ ਕੋਈ ਤੁਹਾਨੂੰ ਲੈਣ ਲਈ ਆਵੇਗਾ। ਹੁਣ ਤੁਸੀਂ ਬਿਨਾਂ ਚਿੰਤਾ ਕੀਤੇ ਸੋ ਜਾਓ। ਉਸਦੇ ਹੋਣ ਨਾਲ ਮੇਰਾ ਸਾਰਾ ਡਰ ਖਤਮ ਹੋ ਗਿਆ ਅਤੇ ਮੈਂ ਆਰਾਮ ਨਾਲ ਸੋ ਗਿਆ। ਦੂਜੇ ਪਾਸੇ ਰਾਜੀਵ ਦੇ ਘਰ ਭਗਤ ਜੀ ਆ ਗਏ। ਧਿਆਨ ਨਾਲ ਕਿਹਾ ਕਿ ਤੁਹਾਡਾ ਲੜਕਾ ਸੁਰੱਖਿਅਤ ਹੈ ਅਤੇ ਕੱਲ ਆਵੇਗਾ, ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਉੱਥੇ ਤੁਹਾਡੇ ਇਸ਼ਟ ਦੇਵਤਾ ਪਹੁੰਚ ਚੁੱਕੇ ਹਨ ਅਤੇ ਰਾਜੀਵ ਦਾ ਭਰਾ ਅਜੇ ਵੀ ਉੱਥੇ ਹੀ ਬੈਠਾ ਹੈ ਅਤੇ ਕਹੀ ਜਾ ਰਿਹਾ ਹੈ ਕਿ ਮੇਰਾ ਭਰਾ ਆਵੇਗਾ। ਇੱਥੇ ਜੰਗਲ ਵਿੱਚ ਜਦੋਂ ਸਵੇਰੇ ਰਾਜੀਵ ਦੀ ਅੱਖ ਖੁੱਲੀ ਤਾਂ ਉੱਥੇ ਦੇ ਇੱਕ ਵਿਅਕਤੀ ਨੇ ਰਾਜੀਵ ਨੂੰ ਪੁੱਛਿਆ ਕਿ ਤੂੰ ਕਿੱਥੋਂ ਆਇਆ ਹੈ ਅਤੇ ਕਿੱਥੇ ਜਾ ਰਿਹਾ ਹੈ। ਮੈਂ ਤੈਨੂੰ ਤੇਰੇ ਘਰ ਛੱਡ ਦਿੰਦਾ ਹਾਂ। ਤੇ ਉਹ ਉਸ ਨੂੰ ਸਾਈਕਲ ਤੇ ਬਿਠਾ ਕੇ ਉਸਦੇ ਘਰ ਛੱਡ ਆਇਆ। ਪਰਿਵਾਰ ਵਾਲਿਆਂ ਨੂੰ ਦੇਖ ਕੇ ਉਹ ਇੰਨਾ ਰੋਇਆ ਕਿ ਉਹ ਬੇਹੋਸ਼ ਹੋ ਗਿਆ। ਉਹ 3 ਦਿਨ ਤੋਂ ਕਮਜ਼ੋਰ ਤੇ ਭੁੱਖਾ ਸੀ। ਫਿਰ ਉਸ ਨੂੰ ਹਸਪਤਾਲ ਲੈ ਗਏ। ਉੱਥੇ ਉਹ 2-3 ਦਿਨ ਵਿੱਚ ਹੀ ਠੀਕ ਹੋ ਗਿਆ। ਦੋਸਤੋ, ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਿਰਪਾ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਹਾਂ, ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤੁਹਾਡੇ ਵੀਰ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਸਬਸਕ੍ਰਾਈਬ ਕਰਨਾ ਬਿਲਕੁਲ ਫ੍ਰੀ ਹੈ। ਹੁਣੇ ਸਬਸਕ੍ਰਾਈਬ ਕਰੋ ਜੀ। ਹੁਣ ਚੱਲਦੇ ਹਾਂ ਅਗਲੀ ਕਹਾਣੀ ਦੀ ओर। ਹੈਲੋ ਫਰੈਂਡਸ, ਮੇਰਾ ਨਾਮ ਅੰਕਿਤਾ ਸ਼ਰਮਾ ਹੈ। ਮੈਂ ਦਿੱਲੀ ਦੇ ਆਨੰਦ ਵਿਹਾਰ ਦੀ ਰਹਿਣ ਵਾਲੀ ਹਾਂ। ਮੈਂ ਪੇਸ਼ੇ ਤੋਂ ਵਕੀਲ ਹਾਂ। ਮੇਰੇ ਪਤੀ ਇੱਕ IT ਕੰਪਨੀ ਦੇ ਵਿੱਚ ਮੈਨੇਜਰ ਹੈ। ਮੇਰੇ ਨਾਲ ਜੋ ਘਟਨਾ ਹੋਈ ਹੈ ਉਹ ਮੈਂ ਤੁਹਾਨੂੰ ਇਸ ਕਹਾਣੀ ਦੇ ਰਾਹੀਂ ਦੱਸਣਾ ਚਾਹੁੰਦੀ ਹਾਂ। ਇਹ ਕਹਾਣੀ ਉਸ ਵੇਲੇ ਦੀ ਹੈ ਜਦੋਂ ਮੈਂ 26 ਸਾਲ ਦੀ ਸੀ ਅਤੇ 7 ਮਹੀਨੇ ਦੀ ਪ੍ਰੈਗਨੈਂਟ ਸੀ ਅਤੇ ਆਪਣੇ ਬੇਬੀ ਦਾ ਖਿਆਲ ਰੱਖਣ ਲਈ ਛੁੱਟੀਆਂ ਤੇ ਸੀ। ਉਸ ਰਾਤ ਮੇਰੇ ਪਤੀ ਜਦੋਂ ਸ਼ਾਮ ਨੂੰ ਆਫਿਸ ਤੋਂ ਲੌਟੇ ਤਾਂ ਅਸੀਂ ਪਾਰਕ ਵਿੱਚ ਟਹਿਲਣ ਦਾ ਪ੍ਰੋਗਰਾਮ ਬਣਾਇਆ। ਰਾਤ ਦੇ 9 ਵਜੇ ਰਹੇ ਸੀ ਅਤੇ ਅਸੀਂ ਆਪਣੀ ਕਾਰ ਤੋਂ ਉੱਥੇ ਪਹੁੰਚੇ ਤਾਂ ਕਿ ਰਾਤ ਨੂੰ ਵਾਪਸ ਆਉਂਦੇ ਵਕਤ ਦਿੱਕਤ ਨਾ ਹੋਵੇ। ਉੱਥੇ ਅਸੀਂ ਦੇਖਿਆ ਕਿ ਲੋਕ ਬਾਗ ਵਿੱਚ ਟਹਿਲ ਰਹੇ ਸੀ। ਅਸੀਂ ਵੀ ਅੱਧਾ ਘੰਟਾ ਚਹਿਲ ਕਦਮੀ ਕੀਤੀ। ਫਿਰ ਜਦ ਅਸੀਂ ਥੱਕ ਗਏ ਤਾਂ ਵਾਪਸ ਚੱਲਣ ਦਾ ਨਿਰਣਾ ਕੀਤਾ। ਮੇਰੇ ਪਤੀ
ਡਰਾਈਵਰ ਸੀਟ ਤੇ ਬੈਠ ਗਏ। ਮੈਂ ਜਦੋਂ ਕਾਰ ਦਾ ਗੇਟ ਖੋਲ੍ਹਿਆ ਤਾਂ ਇੱਕ ਬੁੱਢੀ ਔਰਤ ਮੇਰੇ ਡਰੈਸ ਨੂੰ ਖਿੱਚਣ ਲੱਗੀ। ਮੈਂ ਇਸ ਨੂੰ ਨਾਰਮਲ ਗੱਲ ਸਮਝੀ, ਉਸ ਨੂੰ ਬਿਨਾਂ ਪੈਸੇ ਦਿੱਤੇ ਬੈਠ ਗਈ। ਸਾਡੀ ਕਾਰ 5 ਮਿੰਟ ਹੀ ਚੱਲੀ ਸੀ ਕਿ ਜਦ ਸਾਡੀ ਗੱਡੀ ਲਾਲ ਬੱਤੀ ਤੇ ਰੁਕੀ ਤਾਂ ਫਿਰ ਉਹੀ ਬੁੱਢੀ ਔਰਤ ਸਾਹਮਣੇ ਦਿਖਾਈ ਦਿੱਤੀ। ਮੈਂ ਇਸ ਤੇ ਜ਼ਿਆਦਾ ਧਿਆਨ ਨਾ ਦਿੰਦੇ ਹੋਏ ਘਰ ਪਹੁੰਚ ਗਈ। ਅਗਲੀ ਰਾਤ ਜਦ ਮੇਰੇ ਪਤੀ ਕਿਸੇ ਬਿਜ਼ਨਸ ਵਰਕ ਦੇ ਲਈ ਸ਼ਹਿਰ ਤੋਂ ਬਾਹਰ ਗਏ ਹੋਏ ਸੀ ਔਰ ਮੈਂ ਘਰ ਵਿੱਚ ਅਕੇਲੀ ਸੀ ਤਾਂ ਰਾਤ ਨੂੰ 2 ਵਜੇ ਦੇ ਕਰੀਬ ਜਦ ਮੇਰੀ ਨੀਂਦ ਖੁੱਲੀ ਤਾਂ ਜਿਸ ਨੂੰ ਮੈਂ ਦੇਖਿਆ ਉਹ ਦੇਖ ਕੇ ਮੈਂ ਬੁਰੀ ਤਰ੍ਹਾਂ ਕੰਬ ਗਈ ਔਰ ਆਪਣੀ ਅੱਖਾਂ ਤੇ ਵਿਸ਼ਵਾਸ ਨਹੀਂ ਹੋਇਆ ਮੈਨੂੰ। ਮੈਂ ਦੇਖਿਆ ਕਿ ਉਹੀ ਬੁੱਢੀ ਔਰਤ ਮੇਰੇ ਪਲੰਗ ਦੇ ਬਗਲ ਤੇ ਬੈਠੀ ਹੋਈ ਸੀ ਔਰ ਕਹੀ ਜਾਂਦੀ ਸੀ ਮੇਰੇ ਕਰੀਬ ਆਓ। ਇੱਕ ਵਾਰ ਤਾਂ ਮੈਂ ਸੋਚਿਆ ਕਿ ਸ਼ਾਇਦ ਮੈਂ ਸੁਪਨਾ ਦੇਖ ਰਹੀ ਹਾਂ, ਲੇਕਿਨ ਜਦ ਮੈंने ਆਪਣੀ ਅੱਖਾਂ ਬੰਦ ਕਰ ਵਾਪਸ ਖੋਲੀਆਂ ਤਾਂ ਹਜੇ ਵੀ ਉਹ ਉੱਥੇ ਖੜੀ ਸੀ। ਮੇਰੇ ਦਿਲ ਦੀ ਧੜਕਨ ਵੱਧ ਗਈ ਅਤੇ ਸੋਚ ਕੇ ਕਿ ਉਹ ਬੱਚੇ ਨੂੰ ਨੁਕਸਾਨ ਨਾ ਪਹੁੰਚਾਏ ਮੈਂ ਘਰ ਦੇ ਦਰਵਾਜ਼ੇ ਦੀ ਤਰਫ ਵੱਧ ਗਈ ਔਰ ਬਾਹਰ ਨਿਕਲ ਕੇ ਪੜੋਸੀਆਂ ਦਾ ਦਰਵਾਜ਼ਾ ਖਟਖਟਾਇਆ। ਮੈਂ ਬੁਰੀ ਤਰ੍ਹਾਂ ਡਰੀ ਹੋਈ ਸੀ, ਲੇਕਿਨ ਮੇਰੇ ਪੜੋਸੀਆਂ ਨੂੰ ਕੁਝ ਨਹੀਂ ਦੱਸਿਆ ਤਾਂ ਕਿ ਉਹ ਕਿਤੇ ਮੈਨੂੰ ਪਾਗਲ ਨਾ ਸਮਝ ਲੈਣ। ਮੈਂ ਤੁਰੰਤ ਆਪਣੇ ਪਤੀ ਨੂੰ ਫੋਨ ਕੀਤਾ ਅਤੇ ਉਸੇ ਵਕਤ ਗਾੜੀ ਤੋਂ ਸਵੇਰ 5 ਵਜੇ ਤੱਕ ਘਰ ਆ ਗਏ। ਮੈਂ ਉਹਨਾਂ ਨੂੰ ਸਾਰੀ ਘਟਨਾ ਦੱਸੀ। ਜਦ ਇਹ ਗੱਲ ਮੇਰੀ ਮਾਂ ਨੂੰ ਦੱਸੀ ਗਈ ਤਾਂ ਤੁਰੰਤ ਮੇਰੇ ਘਰ ਆ ਗਈ। ਉਹਨਾਂ ਨੇ ਘਰ ਵਿੱਚ ਛੋਟੀ ਜਿਹੀ ਪੂਜਾ ਕਰਵਾਈ ਤਾਂ ਕਿ ਉਹ ਬੁੱਢੀ ਔਰਤ ਦੁਬਾਰਾ ਨਾ ਦਿਖੇ। ਉਸ ਪੂਜਾ ਦੇ ਬਾਅਦ ਮੈਂ ਕਦੇ ਵੀ ਉਸ ਬੁੱਢੀ ਔਰਤ ਨੂੰ ਨਹੀਂ ਦੇਖਿਆ। तो इस तरह फ्रेंड्स मेरी माँ ਦੀ ਸਲਾਹ ਦੇ ਦੁਆਰਾ ਮੇਰਾ ਬੱਚਾ ਅਤੇ ਮੈਂ ਸੁਰੱਖਿਅਤ ਹਾਂ। ਦੋਸਤੋ ਅਕਸਰ ਐਸਾ ਹੁੰਦਾ ਹੈ ਕਿ ਗਰਭਾਵਸਥਾ ਦੇ ਦੌਰਾਨ ਤੁਹਾਨੂੰ ਕੁਝ ਵਿਸ਼ੇਸ਼ ਐਸੀ ਜਗ੍ਹਾਵਾਂ ਦਾ ਧਿਆਨ ਰੱਖਣਾ ਪੈਂਦਾ ਹੈ ਜਿੱਥੇ ਕੁਝ ਰੂਹਾਂ ਅਕਸਰ ਤੁਹਾਡੇ ਨਾਲ ਲੱਗ ਜਾਂਦੀਆਂ ਹਨ। ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਿਰਪਾ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਹਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤੁਹਾਡੇ ਵੀਰ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਸਬਸਕ੍ਰਾਈਬ ਕਰਨਾ ਬਿਲਕੁਲ ਫ੍ਰੀ ਹੈ। ਹੁਣੇ ਸਬਸਕ੍ਰਾਈਬ ਕਰੋ। ਹੁਣ ਚੱਲਦੇ ਹਾਂ ਆਪਣੀ ਅਗਲੀ ਕਹਾਣੀ ਦੀ ओर। ਇੱਕ ਰਾਤ ਮੈਂ ਚਾਚਾ ਜੀ ਤੋਂ ਸੁਣਿਆ ਕਿ ਪਿੰਡ ਦੇ ਨਦੀ ਦੇ ਪਾਰ ਕੁਝ ਰਹਿੰਦਾ ਹੈ ਜੋ ਆਪਣੀ ਮਰਜ਼ੀ ਤੋਂ ਕੋਈ ਵੀ ਰੂਪ ਲੈ ਲੈਂਦਾ ਹੈ ਔਰ ਉਸਦੇ ਹੱਸਣ ਦੀ ਆਵਾਜ਼ ਬਹੁਤ ਡਰਾਵਨੀ ਹੁੰਦੀ ਹੈ ਜੋ ਦੂਰ ਦੂਰ ਤੱਕ ਸੁਣਾਈ ਦਿੰਦੀ ਹੈ। ਉਸਦਾ ਅਸਲੀ ਰੂਪ ਜਿਸਨੇ ਵੀ ਦੇਖਿਆ ਉਹਨਾਂ ਵਿੱਚੋਂ ਤਾਂ ਕੁਝ ਮਰ ਗਏ ਅਤੇ ਜੋ ਬਚੇ ਸੀ ਉਹ ਉਸਦੇ ਭਿਆਨਕ ਰੂਪ ਨੂੰ ਕਿਸੇ ਨੂੰ ਵੀ ਨਹੀਂ ਦੱਸਦੇ ਸੀ। ਪਿੰਡ ਦੇ ਲੋਕ ਡਰਦੇ ਮਾਰੇ ਉਸਦਾ ਨਾਮ ਲੈਣ ਦੇ ਬਜਾਏ ਉਹ ਹੀ ਕਹਿੰਦੇ ਸੀ। ਖੈਰ ਉਸ ਰਾਤ ਮੈਂ ਇਹ ਸਾਰੀ ਗੱਲ ਆਪਣੇ ਦੋਸਤਾਂ ਨੂੰ ਦੱਸੀ ਅਤੇ ਨਾਲ ਚੱਲਣ ਵਾਸਤੇ ਕਿਹਾ। ਕੁਝ ਤਾਂ ਡਰ ਗਏ, ਕੁਝ ਮੇਰੇ ਨਾਲ ਚੱਲਣ ਨੂੰ ਤਿਆਰ ਹੋ ਗਏ। ਹੁਣ ਅਸੀਂ 4 ਦੋਸਤ ਮੈਂ, ਬਿੱਟੂ, ਪਵਨ ਅਤੇ ਅਸ਼ੋਕ ਨਦੀ ਦੀ ਤਰਫ ਚੱਲ ਪਏ। ਅਸੀਂ ਖੇਤਾਂ ਵਿੱਚ ਦੀ ਜਾ ਰਹੇ ਸੀ ਅਤੇ ਆਸ-ਪਾਸ ਕੋਈ ਨਹੀਂ ਸੀ। ਫਿਰ ਅਸੀਂ ਨਦੀ ਦੇ ਉੱਪਰ ਬਣੇ ਪੁਲ ਤੋਂ ਨਦੀ ਪਾਰ ਕਰਕੇ ਬੰਜਰ ਜਗ੍ਹਾ ਤੇ ਪਹੁੰਚ ਗਏ ਜਿੱਥੇ ਬਹੁਤ ਜਿਹੇ ਅੱਕ ਦੇ ਪੌਦੇ ਸੀ ਜਿਸ ਦੇ ਉੱਪਰ ਅੰਬ ਜਿਹੇ ਫਲ ਲੱਗਦੇ ਸੀ ਜਿਸ ਦੇ ਅੰਦਰ ਰੂਈ ਜਿਹਾ ਕੁਝ ਹੁੰਦਾ ਸੀ ਜੋ ਸ਼ਾਇਦ ਉਸਦੇ ਬੀਜ ਹਨ। ਸਾਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਰਾਤ ਨੂੰ ਉਸ ਤੇ ਥੁੱਕਣ ਤੋਂ ਉਹ ਪਿੱਛੇ ਪੈ ਜਾਂਦਾ ਹੈ। ਪਵਨ ਨੇ ਆਮ ਸਮਝ ਕੇ ਉਸ ਨੂੰ ਖਾ ਲਿਆ ਅਤੇ ਕੜਵਾ ਹੋਣ ਦੀ ਵਜ੍ਹਾ ਤੋਂ ਪੌਦੇ ਤੇ ਥੁੱਕ ਦਿੱਤਾ। ਅਚਾਨਕ ਸਾਨੂੰ ਪਿੱਛੇ ਤੋਂ ਕਿਸੇ ਦੇ ਦੌੜਨ ਦੀ ਆਵਾਜ਼ ਆਈ ਪਰ ਦੇਖਣ ਤੇ ਉੱਥੇ ਕੋਈ ਵੀ ਨਹੀਂ ਸੀ। ਹੁਣ ਡਰ ਕੇ ਅਸੀਂ ਘਰ ਦੀ ਤਰਫ ਭੱਜੇ ਅਤੇ ਪਿੰਡ 'ਚ ਪਹੁੰਚ ਕੇ ਆਪਣੇ ਘਰ ਦੀ ਤਰਫ ਚੱਲ ਦੀਏ। ਪਵਨ ਔਰ ਬਿੱਟੂ ਦਾ ਘਰ ਇੱਕ ਹੀ ਰਸਤੇ ਵਿੱਚ ਸੀ। ਜਦੋਂ ਉਹ ਨਾਲ-ਨਾਲ ਚੱਲ ਰਹੇ ਸੀ ਤਾਂ ਉਸੇ ਵੇਲੇ ਪਵਨ ਦੇ ਪਾਪਾ ਸਾਹਮਣੇ ਖੜੇ ਮਿਲੇ ਅਤੇ ਕਹਿਣ ਲੱਗੇ, ਬੇਟਾ ਮੈਂ ਤੁਹਾਡਾ ਹੀ ਇੰਤਜ਼ਾਰ ਕਰ ਰਿਹਾ ਸੀ। ਔਰ ਫਿਰ ਉਹ ਤਿੰਨੋਂ ਨਾਲ-ਨਾਲ ਚੱਲਣ ਲੱਗ ਪਏ। ਬਿੱਟੂ ਦੇ ਘਰ ਦੇ ਕੋਲ ਪੀਰ ਬਾਬਾ ਦੀ ਦਰਗਾਹ ਸੀ। ਬਿੱਟੂ ਦੇ ਪਾਪਾ ਨੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਪਵਨ ਨੂੰ ਕਿਹਾ ਕਿ ਬੇਟਾ ਅੱਜ ਦੂਸਰੇ ਰਸਤੇ ਤੋਂ ਚੱਲਦੇ ਹਾਂ। ਪਵਨ ਬੋਲਿਆ, ਚਲੋ ਨਾ ਪਾਪਾ ਇਸੇ ਰਸਤੇ ਤੋਂ ਚੱਲਦੇ ਹਾਂ। ਬਿੱਟੂ ਨੂੰ ਵੀ ਘਰ ਛੱਡ ਦੇਵਾਂਗੇ ਅਤੇ ਦਰਗਾਹ ਤੇ ਮੱਥਾ ਟੇਕ ਲਵਾਂਗੇ। ਪਰ ਉਸਦੇ ਪਾਪਾ ਨੇ ਗੁੱਸੇ ਵਿੱਚ ਨਹੀਂ ਬੋਲਿਆ ਅਤੇ ਦੂਸਰੇ ਰਸਤੇ ਵੱਲ ਚੱਲ ਪਏ। ਬਿੱਟੂ ਆਪਣੇ ਘਰ ਦੀ ਤਰਫ ਚੱਲ ਅਚਾਨਕ ਦਰਗਾਹ ਦੇ ਕੋਲ ਗਿਰ ਪਿਆ। ਪਵਨ ਆਪਣੇ ਪਾਪਾ ਤੋਂ ਹੱਥ ਛੁਡਾ ਕੇ ਬਿੱਟੂ ਨੂੰ ਉਠਾ ਕੇ ਉਸਦੇ ਘਰ ਲੈ ਗਿਆ। ਉਸਨੇ ਪਿੱਛੇ ਮੁੜ ਕੇ ਵੀ ਨਹੀਂ ਦੇਖਿਆ। ਜਦੋਂ ਉਹ ਦੋਨੋਂ ਬਿੱਟੂ ਦੇ ਘਰ ਪਹੁੰਚੇ ਤਾਂ ਉਸਦੇ ਇਹ ਦੇਖ ਕੇ ਹੋਸ਼ ਉੱਡ ਗਏ ਕਿ ਬਿੱਟੂ ਅਤੇ ਪਵਨ ਦੋਨਾਂ ਦੇ ਪਾਪਾ ਗੱਲਾਂ ਕਰ ਰਹੇ ਸੀ। ਪਵਨ ਨੂੰ ਦੇਖ ਕੇ ਉਹ ਬੋਲੇ, ਕਿੱਥੇ ਖੇਡਣ ਗਏ ਸੀ ਬੇਟਾ, ਇੰਨਾ ਟਾਈਮ ਹੋ ਗਿਆ। ਪਵਨ ਘਬਰਾ ਕੇ ਬਾਹਰ ਦੀ ਤਰਫ ਦੌੜਿਆ। ਉਸਨੂੰ ਦੂਰ ਦੂਰ ਤੱਕ ਕੋਈ ਨਜ਼ਰ ਨਹੀਂ ਆਇਆ ਅਤੇ ਅਚਾਨਕ ਇੱਕ ਡਰਾਵਨੀ ਹੰਸੀ ਸੁਣਾਈ ਦਿੱਤੀ और सब शांत हो गया। उसके बाद ये सारी गल उसने सानू दसी और आज तक वहां कोई नहीं गया। इस घटना नू कई साल बीत गए लेकिन पवन अज भी उस डरावनी हंसी नू नहीं भुल पाया है। दोस्तों तुसी भी अपनी कहानी साडे नाल शेयर कर सकते हो। बाकी तुसी इन्हां कहानियां बारे की सोचते हो कमेंट करके दसो। ਅਸੀਂ ਤੁਹਾਡੇ ਕਮੈਂਟਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਾਂਗੇ। ਜੇ ਸਾਡੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਕਿ ਸਾਡਾ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਅਤੇ ਸਾਡੇ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਹਮਣੇ ਦਿਖ ਰਹੇ ਵੀਡੀਓ ਤੇ ਕਲਿੱਕ ਕਰਕੇ ਜ਼ਰੂਰ ਦੇਖੋ। ਤੁਹਾਨੂੰ ਇਹ ਵੀ ਪਸੰਦ ਆਉਣਗੇ ਤਾਂ ਫਿਰ ਚਲਦੇ ਹਾਂ ਛੇਤੀ ਹੀ ਫਿਰ ਮਿਲਾਂਗੇ ਇੱਕ ਹੋਰ ਸੱਚੀ ਕਹਾਣੀ ਦੇ ਨਾਲ। ਤਦ ਤੱਕ ਲਈ ਗੁੱਡ ਬਾਏ।